फरीदा मैं जानिया दुख मुझको, दुख सबाए जग। ऊंचे चढ़ के देखिया तां कर कर हा अग। राजा न राज पाना न पान, देवा न देव उपमा महान। चवर छतर तख्त दे मालक, जुगो जुग अटल। आद श्री गुरु ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜੋ ਹਰ ਰੋਜ਼ ਦੀ ਤਰ੍ਹਾਂ ਸਤਿਗੁਰੂ ਬਖਸ਼ਿਸ਼ ਵਰਤਾ ਕੇ ਚਰਨ ਕਮਲਾਂ ਅੰਦਰ ਜੋੜਦੇ ਹਨ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਸੁਰਤ ਟਿਕਾਈਏ ਗੁਰਦੇਵ ਦੇ ਚਰਨਾਂ ਦੇ ਵਿੱਚ। ਕਰੋ ਕਿਰਪਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਗੁਰੂ ਨਾਨਕ ਦੀ ਜੋਤ ਸਿਰ ਮਹਿਰ ਭਰਿਆ ਹੱਥ ਰੱਖੋ। ਆਪਣੇ ਬਚਨਾਂ ਦੀ ਵਿਚਾਰ ਆਪ ਹੀ ਕਰਵਾ ਲਓ। ਸੋ ਸਭ ਤੋਂ ਪਹਿਲਾਂ ਜੋ ਗੁਰਦੇਵ ਦੇ ਹਾਜ਼ਰ ਨਾਜ਼ਰ ਸਵਰੂਪ ਹਨ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ, ਉਸ ਤੋਂ ਬਾਅਦ ਕੇਵਲ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਹੋਏ ਨੇ। ਗੁਰੂ ਗੋਬਿੰਦ ਸਿੰਘ ਤੋਂ ਬਾਅਦ ਪਾਤਸ਼ਾਹ ਜੀ ਦੀ ਜੋਤ ਜੋ ਹੈ ਕੇਵਲ ਗੁਰੂ ਗ੍ਰੰਥ ਸਾਹਿਬ ਅੰਦਰ ਟਿਕੀ ਹੈ। ਨਾ ਹੀ ਕੋਈ 11ਵਾਂ ਪਾਤਸ਼ਾਹ, ਨਾ ਹੀ ਕੋਈ 12ਵਾਂ ਪਾਤਸ਼ਾਹ। ਇਸ ਤੇ ਜ਼ਰੂਰ ਧਿਆਨ ਦੇਣਾ। ਗੁਰੂ ਗੋਬਿੰਦ ਸਿੰਘ ਤੋਂ ਬਾਅਦ ਕੇਵਲ ਇੱਕ ਗੁਰੂ ਹੈ ਜੋ ਜੁਗੋ ਜੁਗ ਅਟਲ ਸੰਪੂਰਨ ਗੁਰੂ ਗ੍ਰੰਥ ਸਾਹਿਬ ਨੇ। ਕਰੋ ਕਿਰਪਾ ਗੁਰਸਾਧ ਸੰਗਤ ਜੀਓ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਜੋ ਪਿਛਲੇ ਦਿਨਾਂ ਅੰਦਰ ਸਾਰੇ ਦਾ ਸਾਰਾ ਸ਼ਬਦ ਸਰਵਣ ਕਰਿਆ, ਜਿਸ ਦੇ ਵਿੱਚ ਜੋ 10ਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਈ ਸਹਾਏ। ਅਗਲੇ ਬਚਨਾਂ ਅੰਦਰ ਹੈ 10 ਪਾਤਸ਼ਾਹੀਆਂ ਦੀ ਜੋਤ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦਰਸ਼ਨ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸਪਸ਼ਟ ਕਰ ਦਿੱਤਾ ਹੈ ਵੀ ਇਹਨਾਂ ਗੁਰੂ ਨਾਨਕ ਦੀ ਜੋ ਜੋਤ ਚੱਲੀ, ਗੁਰੂ ਗੋਬਿੰਦ ਸਿੰਘ ਅੰਦਰ ਤੱਕ ਵਿਰਾਜਮਾਨ ਹੋ ਕੇ, ਇੱਥੇ ਸਪਸ਼ਟ ਹੈ ਵੀ 10 ਪਾਤਸ਼ਾਹੀਆਂ ਦੀ ਜੋ ਜੋਤ ਹੈ, ਸਿੱਖੋ ਕਦੇ ਭੁੱਲਿਓ ਨਾ, ਉਹ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਨੇ। ਅਤੇ ਜਿਹੜਾ ਜੋਤ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਅੰਦਰ ਬਹੁਤ ਵਾਰ ਆਇਆ। ਜਿਵੇਂ ਪਿਆ ਹਰ ਰੋਜ਼ ਪੜ੍ਹਦੇ ਆ, ਜਿਸ ਅੰਦਰ ਹੈ ਇਹ ਸਰੀਰਾ ਮੇਰੇ ਆ, ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮਹਿ ਆਇਆ।
ਆਪਾਂ ਸ਼ਬਦਾਂ ਦੇ ਆਧਾਰ ਤੇ ਸਮਝ ਲਈਏ ਵੀ ਗੁਰੂ ਗ੍ਰੰਥ ਸਾਹਿਬ ਨੂੰ 10 ਗੁਰੂਆਂ ਦੀ ਜੋਤ ਕਿਉਂ ਕਿਹਾ ਗਿਆ। ਸ਼ਬਦ ਸੀ ਏ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਜਿਸ ਸਰੀਰ ਦੇ ਅੰਦਰ ਜਿੰਦ ਵਸ ਰਹੀ ਹੈ, ਜਿਹੜਾ ਸਰੀਰ ਸਾਨੂੰ ਮਿਲਿਆ ਹੈ, ਆ ਵੀ ਜੋਤ ਤੋਂ ਬਿਨਾਂ ਨਹੀਂ। ਧਿਆਨ ਦੇਣਾ, ਪਰਮਾਤਮਾ ਨੇ ਇਸ ਦੇ ਅੰਦਰ ਜੋਤ ਟਿਕਾਈ ਹੈ। ਟਿਕੀ ਹੋਈ ਜੋਤ ਦੇ ਬਲ ਦੇ ਨਾਲ ਹੀ ਆ ਇਨਸਾਨ ਭੱਜਿਆ ਫਿਰਦਾ ਹੈ। ਜੋਤ ਬਿਨਾਂ ਇਸਨੇ ਮਿੱਟੀ ਹੋਣਾ, ਜੋਤ ਬਿਨਾਂ ਕੁਝ ਨਹੀਂ। ਤੂੰ ਦੁਨੀਆ ਦੇ ਪਦਾਰਥਾਂ ਵਿੱਚੋਂ ਆਨੰਦ ਢੂੰਡਦਾ ਹੈ, ਪਰ ਆਨੰਦ ਤਾਂ ਸੋਮਾ, ਤਾਂ ਪਰਮਾਤਮਾ ਦਾ ਜਿਹੜਾ ਸੋਮਾ ਹੈ ਆਨੰਦ ਦਾ, ਕਹਿਣ ਲੱਗੇ ਤੇਰੇ ਅੰਦਰ ਹੈ। ਹੁਣ ਅੰਦਰ ਕਿਵੇਂ? ਉਹ ਕਹਿਣ ਲੱਗੇ ਜਿਹੜੀ ਜੋਤ ਨੂੰ ਤੂੰ ਬਾਹਰ ਲੱਭਦਾ ਹੈ, ਉਹ ਜੋਤ ਤੇਰੇ ਅੰਦਰ ਹੀ ਹੈ। ਜਿਸ ਜੋਤ ਨੂੰ ਤੂੰ ਬਾਹਰ ਭਾਲਦਾ ਹੈ, ਉਸ ਜੋਤ ਨਾਲ ਹੀ ਤੇਰਾ ਜਨਮ ਹੋ ਕੇ ਉਹ ਜੋਤ ਤੇਰੇ ਅੰਦਰ ਹੀ ਟਿਕੀ ਹੈ। ਕਿਉਂਕਿ ਜਿੰਨੇ ਵੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ 10 ਪਾਤਸ਼ਾਹੀ ਦੀ ਜੋਤ ਵੇਲੇ ਆਪਾਂ ਵਿਚਾਰਾਂਗੇ, ਸਾਰੇ ਦੇ ਸਾਰੇ ਧਿਆਨ ਦੇ ਨੇ। ਧਿਆਨ ਤੋਂ ਬਿਨਾਂ ਸਮਝ ਨਹੀਂ ਪੈਣੀ। ਜੋਤ ਬਿਨਾਂ ਸਰੀਰ ਨਹੀਂ, ਤੇ ਜੋਤ ਜਦੋਂ ਟਿਕਦੀ ਹੈ ਵਡਿਆਈ ਫਿਰ ਵੀ ਮਿਲਦੀ ਹੈ। ਅੰਦਰ ਜੋਤ ਲੈ ਕੇ ਬਾਹਰ ਜੇ ਭਾਲਾਂਗੇ, ਬਾਹਰ ਕੁਝ ਨਹੀਂ ਮਿਲਣਾ। ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮੈਂ ਆਇਆ। ਯਕੀਨ ਕਰਕੇ ਜਾਣੀ, ਜਦੋਂ ਪਰਮਾਤਮਾ ਨੇ ਸਤਿਗੁਰੂ ਜੀ ਕਹਿਣ ਲੱਗੇ ਤੇਰੇ ਅੰਦਰ ਆਪਣੀ ਜੋਤ ਰੱਖੀ, ਤੂੰ ਜਗਤ ਵਿੱਚ ਤਾਈਓ ਆਇਆ ਹੈ, ਜੋਤ ਤੋਂ ਬਿਨਾਂ ਤੂੰ ਆ ਨਹੀਂ ਸਕਦਾ ਸੀ। ਫਿਰ ਉਹਨਾਂ ਨੇ ਅਗਲੇ ਬਚਨਾਂ ਅੰਦਰ ਕਿਹਾ, ਮਨ ਤੂੰ ਜੋਤ ਸਰੂਪ ਹੈ। ਤੂੰ ਇਸ ਗੱਲ ਨੂੰ ਸਮਝ ਹੈ ਮੇਰੇ ਮਨ, ਤੂੰ ਉਸ ਪਰਮਾਤਮਾ ਦਾ ਇੱਕ ਅੰਸ਼ ਹੈ, ਉਸ ਤੋਂ ਵੱਖਰਾ ਨਹੀਂ। ਕਿਤੇ ਨਾ ਕਿਤੇ ਤੂੰ ਪਰਮਾਤਮਾ ਦਾ ਅੰਸ਼ ਹੈ। ਮਨ ਤੂੰ ਜੋਤ ਸਰੂਪ ਹੈ। ਸਰੂਪ ਤਾਂ ਕਹਿਣ ਲੱਗੇ ਸਾਰੇ ਪਰਮਾਤਮਾ ਦੇ ਨੇ, ਪਰ ਭੁੱਲ ਗਏ। ਯਾਦ ਦਿਵਾਉਣ ਲੱਗੇ ਗੁਰੂ ਸਾਹਿਬ, ਕਹਿਣ ਲੱਗੇ ਆਪਣਾ ਮੂਲ ਪਛਾਣ। ਜਿਹੜਾ ਬੰਦਾ ਆਪਣੇ ਮੂਲ ਤੋਂ ਟੁੱਟ ਜਾਂਦਾ ਹੈ, ਕਹਿਣ ਲੱਗੇ ਉਹਨੂੰ ਕਿਸੇ ਦਰ ਤੇ ਢੋਈ ਨਹੀਂ। ਇਸ ਗੱਲ ਨੂੰ ਪਰਪੱਕ ਕਰਕੇ ਸਮਝ ਲੈ, ਤੂੰ ਉਸ ਪਰਮਾਤਮਾ ਦਾ ਜੋਤ ਦਾ ਇੱਕ ਅੰਸ਼ ਹੈ, ਸਰੂਪ ਹੈ। ਤੇਰੇ ਅੰਦਰ ਜੋਤ ਟਿਕੀ ਹੈ। ਆਪਣੇ ਮੂਲ ਨੂੰ ਭੁੱਲੀ ਨਾ, ਆਪਣੇ ਮੂਲ ਨੂੰ ਸਿੱਖਾ, ਪਛਾਣ ਲੈ। ਆਪਣੇ ਮੂਲ ਤੋਂ ਕਦੇ ਪਾਸੇ ਨਾ ਹੋਈ। ਉਸ ਪਰਮਾਤਮਾ ਦੀ ਅੰਸ਼ ਹੈ ਜੋ ਨਿਰਾ ਹੀ ਨੂਰ ਹੈ। ਆਪਣੇ ਉਸ ਅਸਲੇ ਨਾਲ ਸਾਂਝ ਬਣਾ ਕੇ ਰੱਖ। ਜਿਹੜੇ ਆਪਣੇ ਵਡੇਰਿਆਂ ਤੋਂ ਸਾਂਝ ਤੋੜ ਲੈਂਦੇ ਨੇ, ਕਹਿਣ ਲੱਗੇ ਉਹਨਾਂ ਦੀ ਸਾਂਝ ਫਿਰ ਕੋਈ ਨਹੀਂ ਪਾਉਂਦਾ। ਫਿਰ ਇੱਥੇ ਕਬੀਰ ਜੀ ਨੇ ਬਚਨ ਕਿਹਾ, ਕਹਿਣ ਲੱਗੇ ਦੀਵਾ ਬਾਲੀਏ ਐਸਾ, ਜਿਹਦੇ ਨਾਲ ਚਾਨਣ ਹੋ ਜੇ, ਸੱਚ ਦੀ ਸਮਝ ਪੈ ਜੇ। ਉਹ ਸ਼ਬਦ ਹੈ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ, ਹੁਕਮ ਵੀ ਹੋਇਆ ਹੈ। ਉਹ ਕਹਿਣ ਲੱਗੇ ਕਿਆ ਪੜ੍ਹੀ ਹੈ, ਕਿਆ ਗੁਨੀ ਹੈ, ਕਿਆ ਵੇਦ ਪੁਰਾਨਾ ਸੁਨੀ ਹੈ। ਪੜ੍ਹੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਕਹਿਣ ਲੱਗੇ ਹੈ ਮੂਰਖ ਗਵਾਰ, ਵੇਦ ਪੁਰਾਣ ਆਦਿਕ ਧਰਮ ਪੁਸਤਕਾਂ ਨੂੰ ਜੇ ਨਿਰੇ ਤੂੰ ਪੜ੍ਹੀ ਜਾਏਗਾ ਤੇ ਉਹਦਾ 10 ਖਾਂ ਲਾਭ ਕੀ ਹੈ। ਤੇ ਫਿਰ ਜੇ ਤੂੰ ਵੇਦ ਪੁਰਾਣਾਂ ਦਾ ਪਾਠ ਸੁਣੇਗਾ, ਧਿਆਨ ਦਿਓ, ਵੇਦ ਪੁਰਾਣਾਂ ਦਾ ਪਾਠ ਜੇ ਤੂੰ ਸੁਣੇਗਾ, 10 ਖਾਂ ਸੁਣਨ ਦਾ ਤੇ ਪੜ੍ਹਨ ਦਾ ਫਾਇਦਾ ਕੀ। ਪੜ੍ਹੇ ਸੁਨੇ ਕਿਆ ਹੋਈ, ਜੋ ਸਹਿਜ ਨਾ
ਮਿਲਿਓ ਸੋਈ। ਕਹਿਣ ਲੱਗੇ ਹੁਣ ਇਹਨਾਂ ਧਰਮ ਪੁਸਤਕਾਂ ਗ੍ਰੰਥਾਂ ਦੇ ਅੰਦਰ ਜੇ ਕੋਈ ਵੈਦ ਦਵਾਈ ਦਿੰਦਾ ਤੇ ਨਾਲ ਦੀ ਨਾਲ ਪਰਹੇਜ਼ ਵੀ ਦੱਸਦਾ ਹੈ। ਜੇ ਤੂੰ ਪਰਹੇਜ਼ ਕਰੇਗਾ ਜਾਦੇ ਤੇਰਾ ਸਰੀਰ ਅਰੋਗ ਪਰਹੇਜ਼ ਨਾਲ ਹੋਏਗਾ। ਦਵਾਈ ਘੱਟ ਅਸਰ ਕਰੇਗੀ, ਤੇਰਾ ਪਰਹੇਜ਼ ਵੱਧ ਕਰੇਗਾ। ਸੁਣੀ ਕਹਿੰਦੇ ਸਾਰੀ ਜਾਂਦੇ, ਅਸਲ ਵਿੱਚ ਪਰਹੇਜ਼ ਕਿਸੇ ਦਾ ਕੋਈ ਨਹੀਂ ਕਿਸੇ ਗੱਲ ਤੇ। ਪਰਹੇਜ਼ ਨੇ ਬਚਾਉਣਾ ਹੈ। ਸੁਣ ਵੀ ਲਿਆ, ਪੜ੍ਹ ਵੀ ਲਿਆ, ਪਰਹੇਜ਼ ਕੀਤਾ ਹੀ ਨਹੀਂ ਕੋਈ। ਫਿਰ ਕਹਿਣ ਲੱਗੇ ਪੜ੍ਹੇ ਸੁਨੇ ਕਿਆ ਹੋਈ। ਲਾਭ ਸਾਰਿਆਂ ਦੇ ਨੇ, ਧਰਮ ਗ੍ਰੰਥਾਂ ਦੇ, ਵੇਦ ਪੁਰਾਣਾਂ ਦੇ ਲਾਭ ਸਾਰਿਆਂ ਦੇ ਨੇ, ਪਰ ਜੇ ਇਹਨਾਂ ਨੂੰ ਸੁਣ ਪੜ੍ਹ ਕੇ ਛੱਡ ਦੇਂਗਾ, ਜਿਹੜੀਆਂ ਗੱਲਾਂ ਕਹਿੰਦੇ ਨੇ ਅਮਲ ਨਹੀਂ, ਪਰਹੇਜ਼ ਨਹੀਂ, ਜਿਨ੍ਹਾਂ ਗੱਲਾਂ ਤੋਂ ਰੋਕਦੇ ਨੇ ਤੂੰ ਕਰਨੀਆਂ ਹੀ ਉਹੀ ਨੇ। ਪੜ੍ਹੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਪੜ੍ਹਨ ਸੁਣਨ ਦਾ ਕੀ ਲਾਭ? ਜੇ ਇਸ ਪੜ੍ਹਨ ਸੁਣਨ ਦੇ ਕੁਦਰਤੀ ਨਤੀਜੇ ਤੌਰ ਤੇ ਜੋ ਸਹਿਜ ਨਾ ਮਿਲਿਓ ਸੋਈ, ਉਸ ਪ੍ਰਭੂ ਦਾ ਮਿਲਾਪ ਹੀ ਨਾ ਹੋਏ ਪੜ੍ਹਨ ਸੁਣਨ ਦੇ ਨਾਲ, ਫਿਰ ਕੀ ਫਾਇਦਾ ਪੜ੍ਹਨ ਸੁਣਨ ਦਾ? ਫਿਰ ਕਰਨਾ ਕੀ ਚਾਹੀਦਾ ਹੈ? ਕਹਿਣ ਲੱਗੇ ਹਰ ਕਾ ਨਾਮ ਨਾ ਜਪਸ ਗਵਾਰਾ। ਹਰੀ ਦੇ ਨਾਮ ਤੋਂ ਕਿਤੇ ਵੱਖਰਾ ਪਾਸੇ ਰਹਿ ਗਿਆ, ਕਿਉਂਕਿ ਪਛਾਣਿਆ ਨਹੀਂ। ਕਾਰਨ ਇੱਥੇ ਕੀ ਬਣ ਗਿਆ? ਮਨੁੱਖ ਨੇ ਸਮਝਿਆ ਪਰਮਾਤਮਾ ਕਿਤੇ ਦੂਰ, ਤੇ ਗੁਰਬਾਣੀ ਕਹਿਣ ਲੱਗੀ ਪਰਮਾਤਮਾ ਸਭ ਤੋਂ ਪਹਿਲਾਂ ਹੀ ਕਿਹਾ ਵੀ ਤੂੰ ਜੋਤ ਤੋਂ ਹੀ ਪੈਦਾ ਹੋਇਆ, ਤੇਰੇ ਅੰਦਰ ਜੋਤ ਵਿਆਪ ਰਹੀ ਹੈ। ਪਰਮਾਤਮਾ ਅੰਦਰ ਵਿਆਪ ਰਿਹਾ ਹੈ, ਪਰ ਇਸ ਜੋਤ ਨੂੰ ਭੁੱਲ ਕੇ ਤੂੰ ਬਾਹਰਲੀਆਂ ਜੋਤਾਂ 'ਚ ਲੱਗ ਗਿਆ। ਹੁਣ ਉਹਦਨ ਗੱਲ ਕਰਨ ਲੱਗ ਪਏ ਵੀ ਜੋਤ ਅਸਲ ਵਿੱਚ ਜਿਨ੍ਹਾਂ ਜੋਤਾਂ ਦੇ ਅੱਗੇ ਆਪਾਂ ਸਿਰ ਝੁਕਾਉਂਦੇ ਆ ਨਾ, ਉਹ ਜੋਤ ਦੇਖੋ ਜਦੋਂ ਵੀ ਜੋਤ ਲਾਈ ਜਾਂਦੀ ਹੈ, ਉਸ ਜੋਤ ਦਾ ਜਿਹੜਾ ਚੱਲਣ ਦਾ ਹੁੰਦਾ ਪ੍ਰਕਰਨ 2 ਘੰਟੇ 3 ਘੰਟੇ 4 ਘੰਟੇ 5 ਘੰਟੇ। ਉਸ ਤੋਂ ਬਾਅਦ ਉਹ ਘਿਓ ਖਤਮ, ਤੇਲ ਖਤਮ, ਜਿਹੜੀ ਬਾਤੀ ਸੁੱਕ ਜਾਂਦੀ ਹੈ, ਜਲ ਜਾਂਦੀ ਹੈ, ਦੀਵਾ ਖਾਲੀ ਹੋ ਜਾਂਦਾ ਹੈ, ਤੇ ਉਹ ਜੋਤ ਅਲੋਪ ਹੋ ਜਾਂਦੀ ਹੈ। ਉਸ ਜੋਤ ਦੀ ਗੱਲ ਨਹੀਂ ਕੀਤੀ ਇੱਥੇ। ਉਹ ਜੋਤ ਤਾਂ ਬੁੱਝ ਜਾਣ ਵਾਲੀ ਹੈ। ਕਹਿਣ ਲੱਗੇ ਜਿਸ ਜੋਤ ਨਾਲ ਤੂੰ ਜੁੜਿਆ ਹੋਇਆ ਹੈ ਉਹ ਜੋਤ ਤਾਂ ਬੁੱਝ ਜੇਗੀ, ਜਿਹੜੀ ਆਪ ਹੀ ਬੁੱਝ ਜੇਗੀ ਉਹ ਤੈਨੂੰ ਚਾਨਣ ਵਿੱਚ ਕੀ ਰੱਖੇਗੀ? ਧਿਆਨ ਦਿਓ। ਫਿਰ ਕਹਿਣ ਲੱਗੇ ਹਰ ਕਾ ਨਾਮ ਨਾ ਜਪਸ ਗਵਾਰਾ। ਜਪਦਾ ਨਹੀਂ, ਹੇ ਮੂਰਖ ਤੂੰ ਪਰਮਾਤਮਾ ਦਾ ਨਾਮ ਤਾਂ ਸਿਮਰਨਦਾ ਨਹੀਂ, ਕਿਆ ਸੋਚੈ ਬਾਰੰਬਾਰਾ। ਵਾਰ-ਵਾਰ ਕੀ ਸੋਚਦਾ ਹੈ? ਨਾਮ ਨੂੰ ਵਿਸਾਰ ਕੇ ਮੁੜ ਮੁੜ ਕੇ ਹੋਰ ਹੀ ਸੋਚਾਂ ਤੋਂ ਦਿਨ ਰਾਤ ਸੋਚਦਾ ਰਹਿਣਾ ਹੈ। ਤੈਨੂੰ ਲਾਭ ਦੱਸ ਖਾਂ ਕੀ ਹੋਏਗਾ ਇਹਦੇ 'ਚ। ਫਿਰ ਕਬੀਰ ਜੀ ਨੇ ਇੱਕ ਦਲੀਲ ਖੜੀ ਕੀਤੀ, ਕਹਿਣ ਲੱਗੇ ਹੋਣਾ ਚਾਹੀਦਾ ਹੈ। ਤੇ ਆਹ ਜੋਤਾਂ ਦੇਖਦੇ ਆ ਬਾਹਰਲੀਆਂ ਬੁੱਝ ਜਾਂਦੀਆਂ ਨੇ, ਜੇ ਇਹਨਾਂ ਦੇ ਆਸਰੇ ਕਹੀਏ ਸਾਨੂੰ ਪਰਮਾਤਮਾ ਮਿਲ ਜਾਏਗਾ, ਜਿਹੜੀ ਖੁਦ ਹੀ ਬੁੱਝ ਜਾਏਗੀ ਉਹ ਸਾਨੂੰ ਚਾਨਣ 'ਚ ਕੀ ਲੈ ਕੇ ਜਾਏਗੀ? ਉਹ ਕਹਿਣ ਲੱਗੇ ਫਿਰ ਜਿਹੜਾ ਹਨੇਰਾ ਹੈ, ਹਨੇਰੇ ਵਾਸਤੇ ਜੋਤ ਤਾਂ ਜ਼ਰੂਰੀ ਹੈ ਨਾ, ਦੀਵਾ ਤਾਂ ਜ਼ਰੂਰੀ ਹੈ। ਫਿਰ ਕਿਹਾ ਉਹਨਾਂ ਨੇ ਅੰਧਿਆਰੇ ਦੀਪਕ ਚਾਹੀਏ। ਧਿਆਨ ਦਿਓ, ਆਪਣਾ ਪ੍ਰਕਰਨ ਜੋ ਚੱਲ ਰਿਹਾ ਹੈ ਉਹ ਹੈ 10 ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਫਿਰ ਕਬੀਰ ਜੀ ਨੇ ਬਚਨ ਕੀਤਾ ਅੰਧਿਆਰੇ ਦੀਪਕ ਚਾਹੀਏ। ਹਨੇਰੇ ਵਿੱਚ ਤਾਂ ਕਹਿਣ ਲੱਗੇ ਦੀਵੇ ਦੀ ਲੋੜ ਹੈ, ਹਨੇਰੇ ਵਿੱਚ ਦੀਵੇ ਦੀ ਲੋੜ। ਪਰ ਹੁਣ ਦੀਵਾ ਹੈ ਕੌਣ? ਉਹ ਰੋਸ਼ਨੀ ਤੇ ਜੋਤ ਹੈ ਕੌਣ? ਅੰਧਿਆਰੇ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਹੀ ਹੈ, ਇੱਕ ਅਗਾਧ ਸ਼ੈ ਲੱਭਣੀ ਚਾਹੀਦੀ ਹੈ ਤਾਂ ਕਿ ਅੰਦਰੋਂ ਹਰ ਨਾਮ ਪਦਾਰਥ ਮਿਲ ਪਏ। ਹਨੇਰਾ ਬਾਹਰ ਤਾਂ ਨਹੀਂ ਨਾ। ਹੁਣ ਜਦੋਂ ਰਾਤ ਚਲੀ ਜਾਂਦੀ ਹੈ, ਅੰਮ੍ਰਿਤ ਵੇਲੇ ਹੁੰਦਾ ਹੈ, ਅੰਮ੍ਰਿਤ ਵੇਲੇ ਤੋਂ ਬਾਅਦ ਸੂਰਜ ਚੜ੍ਹਦਾ ਹੈ, ਚਾਨਣ ਬਾਹਰ ਕਿੰਨਾ ਹੋ ਜਾਂਦਾ ਹੈ। ਮਤਲਬ ਬਾਹਰ ਤਾਂ ਹਨੇਰਾ ਹੈ ਹੀ ਨਹੀਂ ਨਾ, ਹਨੇਰਾ ਤਾਂ ਅੰਦਰ ਹੈ। ਬਾਹਰ ਤਾਂ ਐਡਾ ਸੂਰਜ ਹੈ, ਸਰਬ ਸ੍ਰਿਸ਼ਟੀ ਨੂੰ ਚਾਨਣ ਦਿੰਦਾ ਹੈ। ਗੁਰੂ ਸਾਹਿਬ ਨੇ ਕਿਹਾ ਬਾਹਰਲੇ ਚਾਨਣ ਵਾਸਤੇ ਆਸਾ ਦੀ ਵਾਰ 'ਚ ਕਹਿਣ ਲੱਗੇ ਜੇ 100 ਚੰਦਾ ਉਗਵੇ ਸੂਰਜ ਚੜੇ 1000, ਇੰਨੇ ਤੱਕ ਹੋ ਜਾਏ, ਪਰ
ਜੇ ਗੁਰੂ ਸੇਵਿਆ ਨਹੀਂ, ਗੁਰੂ ਮਿਲਿਆ ਹੀ ਨਹੀਂ, ਗੁਰੂ ਬਿਨ ਅੰਦਰ ਹਨੇਰਾ ਰਹਿ ਜਾਣਾ। ਰੌਲਾ ਸਾਰੇ ਅੰਦਰ ਦਾ ਹੀ ਹੈ, ਬਾਹਰਲਾ ਕੋਈ ਨਹੀਂ। ਕਿਉਂਕਿ ਬਾਹਰਲਾ ਪ੍ਰਕਰਨ ਪਰਮਾਤਮਾ ਨੇ ਬਣਾਇਆ ਇਹੋ ਜਿਹਾ ਹੈ, ਰਾਤ ਚੰਦਰ ਦਿਨੇ ਸੂਰਜ। ਜਿਸ ਪ੍ਰਕਰਨ ਤੇ ਆਪਾਂ ਵਿਚਾਰ ਕਰ ਰਹੇ ਹੋ, ਇੱਕ ਬਸਤ ਅਗੋਚਰ ਲਈ ਹੈ ਤਾਂ ਕਿ ਅੰਦਰੋਂ ਹਰ ਨਾਮ ਪਦਾਰਥ ਮਿਲ ਪਏ। ਹਨੇਰਾ ਤਾਂ ਅੰਦਰ ਹੋ ਗਿਆ, ਜਿਸ ਤੱਕ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ। ਇਸ ਤਰ੍ਹਾਂ ਧਾਰਮਿਕ ਪੁਸਤਕਾਂ ਪੜ੍ਹਨ ਨਾਲ ਉਹ ਗਿਆਨ ਦਾ ਦੀਵਾ ਮਨ ਵਿੱਚ ਜਗਣਾ ਚਾਹੀਦਾ ਹੈ। ਜਿਨ੍ਹਾਂ ਪੁਸਤਕਾਂ ਨੂੰ ਤੂੰ ਪੜ੍ਹਿਆ ਹੈ, ਉਹਨਾਂ ਪੁਸਤਕਾਂ ਨੂੰ ਬੰਦ ਕਰਕੇ ਰੱਖਣਾ, ਕੇਵਲ ਉਹਨਾਂ ਤੋਂ ਅੰਦਰਲਾ ਦੀਵਾ ਬਾਲ ਲੈ। ਅੰਦਰਲਾ ਦੀਵਾ ਤਾਂ ਜਗਣਾ ਚਾਹੀਦਾ ਹੈ। ਹੁਣ ਅੰਦਰਲੇ ਦੀਵੇ ਦੀ ਜਦੋਂ ਗੱਲ ਕਰਦੇ ਹੋ, ਅੰਦਰਲਾ ਦੀਵਾ ਹੈ ਕੀ? ਕਹਿਣ ਲੱਗੇ ਧਿਆਨ ਦਿਓ। ਫੇਰ ਬਸਤ ਅਗੋਚਰ ਪਾਈ, ਘਟ ਦੀਪਕ ਰਹਿਆ ਸਮਾਈ। ਜਿਸ ਮਨੁੱਖ ਨੂੰ ਉਹ ਆਹਮ ਪੁੰਚ ਹਰ ਨਾਮ ਪਦਾਰਥ ਮਿਲ ਪੈਂਦਾ ਹੈ, ਉਸ ਦੇ ਅੰਦਰੋਂ ਦੀਵਾ ਫਿਰ ਸਦਾ ਟਿਕਿਆ ਰਹਿੰਦਾ ਹੈ। ਉਹਦੇ ਅੰਦਰ ਦਾ ਦੀਵਾ ਆ ਦੇਖਣ ਵਾਲੇ ਦੀਵੇ ਵਾਂਗੂ ਕਦੇ ਬੁਝਦਾ ਨਹੀਂ। ਫਿਰ ਗੁਰੂ ਨਾਨਕ ਸਾਹਿਬ ਨੇ ਇੱਕ ਜ਼ਿਕਰ ਕੀਤਾ, ਰਹਾਉ ਦੀ ਪੰਕਤੀ ਵਿੱਚ ਉਹਨਾਂ ਨੇ ਬਚਨ ਕੀਤਾ। ਕਹਿਣ ਲੱਗੇ ਬਿਨ ਤੇਲ ਦੀਵਾ ਕਿਉਂ ਜਲੇ। ਇੱਕ ਤਾਂ ਗੱਲ ਕਰਦੇ ਆ ਵੀ ਦੀਵਾ ਜਗ ਜਾਏ, ਉਹ ਕਹਿਣ ਲੱਗੇ ਨਹੀਂ, ਤੇਰੇ ਕੋਲ ਤੇਲ ਨਹੀਂ ਹੈ ਦੀਵਾ ਜਗਾਉਣ ਨੂੰ। ਬਾਤੀ ਵੀ ਹੋਵੇ, ਸਾਹ ਵੀ ਨੇ ਸਾਡੇ ਕੋਲੇ, ਸਰੀਰ ਰੂਪੀ ਦੀਵਾ ਵੀ ਹੈ, ਪਰ ਜਿੰਨਾ ਚਿਰ ਤੇਲ ਨਹੀਂ, ਦੀਵਾ ਜਲ ਕਿਵੇਂ ਸਕਦਾ, ਬਲ ਨਹੀਂ ਸਕਦਾ। ਦੀਵੇ ਨੂੰ ਜਗਾਉਣ ਦਾ ਗੁਰੂ ਜੀ ਫਿਰ ਯਤਨ ਦੱਸੋ। ਪਹਿਲਾਂ ਉਹਨਾਂ ਨੇ ਬਚਨ ਕਿਹਾ ਵੀ ਦੇਖੋ ਸਭ ਕੁਝ ਹੈ, ਜੇ ਸੁੱਕੀ ਬਾਤੀ ਨੂੰ ਆਪਾਂ ਸੀਖ ਲਾ ਦਿਆਂਗੇ, ਸਾੜਾਂਗੇ, ਤੇ ਉਹ ਨਾਲ ਦੀ ਨਾਲ ਖਤਮ ਹੋ ਜਾਏਗੀ। ਜੇ ਉਹਦੇ ਅੰਦਰ ਤੇਲ ਟਿਕਾਇਆ ਜਾਏਗਾ, ਫਿਰ ਉਹੀ ਬਾਤੀ ਕਈ ਘੰਟਿਆਂ ਚੱਲੇਗੀ। ਇਸ ਵਿੱਚ ਭੇਦ ਕੀ ਹੈ? ਕਹਿਣ ਲੱਗੇ ਤੂੰ 10 ਅੱਖਾਂ ਦੀਵੇ ਬਾਲਣ ਵਾਲੇ, ਜੋਤ ਜਗਾਉਣ ਵਾਲੇ, ਬਿਨ ਇਸੇ ਅੰਦਰਲੇ ਜੋਤ ਦੀ ਗੱਲ ਹੋ ਰਹੀ ਹੈ। ਜੋਤ ਜਗਾਉਣ ਕਹਿੰਦੇ ਤੁਰਤਾ ਪਏ, ਬਿਨ ਤੇਲ ਦੀਵਾ ਕਿਉਂ ਜਲੈ। ਤੇਲ ਤੋਂ ਬਿਨਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਦੀਵਾ ਜਲ ਕਿਵੇਂ ਸਕਦਾ ਹੈ। ਗੁਰੂ ਸਾਹਿਬ ਇਹਦਾ ਵੀ ਪ੍ਰਕਾਸ਼ ਤੁਸੀਂ ਹੀ ਕਰੋ। ਫਿਰ ਉਹਨਾਂ ਨੇ ਬਚਨ ਕੀਤਾ, ਆ ਦੱਸਾਂ ਤੈਨੂੰ, ਆ ਜੋਤ ਬਲਦੀ ਕਿਵੇਂ ਹੈ ਤੇ ਗੁਰੂ ਗ੍ਰੰਥ ਸਾਹਿਬ ਨੂੰ ਜੋਤ ਕਿਉਂ ਕਿਹਾ ਹੈ। ਕਹਿਣ ਲੱਗੇ ਪੋਥੀ ਪੁਰਾਣ ਕਮਾਈ ਹੈ, ਭਉ ਵੱਟੀ ਇਤ ਤਨ ਪਾਈ ਹੈ। ਧਰਮ ਪੁਸਤਕਾਂ ਅਨੁਸਾਰ ਜੀਵਨ ਬਣਾਈਏ, ਆਪਣਾ ਜੀਵਨ ਢਾਲ ਲਈਏ। ਇਹ ਦੋਵੇਂ, ਇਹ ਹੋਵੇ ਤੇਲ, ਤੇਰਾ ਜੀਵਨ ਢਾਲਣਾ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ, ਧਰਮ ਦੇ ਅਨੁਸਾਰ। ਕਹਿਣ ਲੱਗੇ ਆ ਹੋਵੇ ਤੇਰਾ ਤੇਲ। ਜਦੋਂ ਆਪਾਂ ਦੀਵਾ ਹੀ ਨਹੀਂ ਢਾਲਿਆ ਹੀ ਨਹੀਂ ਜੀਵਨ ਨੂੰ, ਤੇ ਸਾਹ ਰੂਪੀ ਬਾਤੀ ਤੇ ਦੀਵਾ ਜਿਹੜਾ ਸਾਡਾ ਸਰੀਰ ਹੈ, ਕਰਾਂਗੇ ਕੀ ਜਿੰਨਾ ਚਿਰ ਤੇਲ ਰੂਪੀ ਗੁਰਬਾਣੀ ਦੇ ਨਾਲ ਜੀਵਨ ਨੂੰ ਢਾਲਿਆ ਨਹੀਂ। ਪਰਮਾਤਮਾ ਦਾ ਡਰ ਸਰੀਰ ਦੀਵੇ ਵਿੱਚ ਵੱਟੀ ਪਾ ਦਈਏ। ਪੋਥੀ ਪੁਰਾਣ ਕਮਾਈਐ, ਭਉ ਵੱਟੀ ਇਤ ਤਨ ਪਾਈਐ। ਸੱਚ ਬੂਝਣ ਆਣ ਜਲਾਈਏ। ਪਰਮਾਤਮਾ ਨਾਲ ਡੂੰਗੀ ਸਾਝ, ਇਸ ਨੂੰ ਅੱਗ ਬਾਲੀਏ ਤੇ ਦੀਵੇ ਨੂੰ ਜਗਾ ਲਈਏ। ਫਿਰ ਬਚਨ ਕੀਤਾ, ਇਹੋ ਤੇਲ ਦੀਵਾ ਇਉਂ ਜਲੈ। ਕਹਿਣ ਲੱਗੇ ਪਿਆਰਿਆ, ਆ ਗਿਆਨ ਦਾ ਦੀਵਾ ਜਿਹੜਾ ਅੰਦਰ ਬਾਲਣਾ ਹੈ, ਪੋਥੀਆਂ ਤੋਂ ਬਿਨਾ, ਧਰਮ ਤੋਂ ਬਿਨਾ, ਧਰਮ ਨਾਲ ਇਸ ਜਿੰਦ ਨੂੰ ਢਾਲਣ ਤੋਂ ਬਿਨਾ ਦੀਵਾ ਨਹੀਂ ਬਲ ਸਕਦਾ। ਤੇਲ ਬਿਨਾ ਦੀਵਾ ਨਹੀਂ। ਕਹਿਣ ਲੱਗੇ ਗੁਰਬਾਣੀ ਦੇ ਨਾਲ ਜਿੰਨਾ ਚਿਰ ਜ਼ਿੰਦਗੀ ਜੋੜ ਕੇ ਚੱਲਿਆ ਨਹੀਂ, ਉਹਨਾਂ ਚਿਰ ਅੰਦਰਲਾ ਦੀਵਾ ਵੀ ਨਹੀਂ ਬਲ ਸਕਦਾ। ਇਹੋ ਤੇਲ ਦੀਵਾ ਇਉਂ ਜਲੈ। ਫਿਰ ਉਹਨਾਂ ਕਿਹਾ ਵੀ ਜਿਹੜਾ ਦੀਵਾ ਹੈ ਨਾ ਅੰਦਰਲਾ, ਇਉਂ ਜਗਦਾ ਹੈ। ਜਦੋਂ ਇਸ ਦੀਵੇ ਨੂੰ ਕਹਿਣ ਲੱਗੇ ਜਗਾ ਲਿਆ, ਫਿਰ ਤੂੰ ਸ਼ੁਰੂ ਤੋਂ ਜਿਹੜਾ ਬਚਨ ਆਪਾਂ ਕਰਿਆ ਸੀ, ਜੋ ਸੀਗਾ ਅੰਦਰ ਜੋਤ ਹੈ, ਪਰਮਾਤਮਾ ਹੈ, ਉਹ ਕਹਿਣ ਲੱਗੇ ਚਾਨਣ ਤੋਂ ਬਿਨਾਂ ਨਹੀਂ, ਅੰਦਰ ਹਨੇਰਾ ਵੀ ਬਹੁਤ ਹੈ, ਜੋਤ ਵੀ ਹੈ ਤੇ ਹਨੇਰਾ ਵੀ ਹੈ। ਹੁਣ ਇਸ ਹਨੇਰੇ ਨੂੰ ਬਚਾਉਣ ਲਈ ਗੁਰੂ ਸ਼ਬਦ ਹੈ। ਹੁਣ ਗੁਰੂ ਸ਼ਬਦ ਦੇ ਵਿੱਚ ਕੇਵਲ 2 ਅੱਖਰ ਨੇ, ਗੱਗਾ ਤੇ ਰਾਰਾ। ਗੱਗੇ ਦਾ ਅਰਥ ਹੈ ਹਨੇਰਾ, ਹਨੇਰਾ ਘੁੱਪ। ਰਾਰੇ ਦਾ ਅਰਥ ਹੈ ਚਾਨਣ। ਤੇਰੇ ਅੰਦਰ ਦਾ ਚਾਨਣ
ਤੇਰੇ ਅੰਦਰ ਦਾ ਹਨੇਰਾ ਦੂਰ ਕਰਨ ਲਈ ਰਾਰੇ ਰੂਪੀ ਗੁਰੂ ਨੇ ਉਹ ਤੇਰਾ ਅੰਦਰ ਦਾ ਹਨੇਰਾ ਦੂਰ ਕਰਕੇ ਚਾਨਣ ਟਿਕਾ ਸਕਦੇ ਆ। ਅੰਦਰਲੀ ਜੋਤ ਪਤਾ ਲੱਗ ਗਿਆ ਵੀ ਜੋਤ ਅੰਦਰ ਹੈ, ਚਾਰੇ ਮੇਰ ਹਨੇਰਾ ਦਿਸ ਕਿਵੇਂ ਸਕਦੀ ਹੈ। ਕਹਿਣ ਲੱਗੇ ਇਸ ਦੀਵੇ ਨੂੰ ਬਾਲ ਲਈ ਕਰ ਚਾਨਣ ਸਾਹਿਬ ਤਉ ਮਿਲੈ। ਇਸ ਚਾਨਣ ਨੂੰ ਸਮਝੀ, ਚਾਨਣ ਹੋ ਗਿਆ, ਅੰਦਰ ਦੀਵਾ ਬਲ ਗਿਆ। ਇਤ ਤਨ ਲਾਗੈ ਬਾਣੀਆਂ ਸੁਖ ਹੋਵੇ ਸੇਵ ਕਮਾਣੀਆਂ। ਜਿਸ ਮਨੁੱਖ ਨੂੰ ਇਸ ਸਰੀਰ ਵਿੱਚ ਗੁਰੂ ਦਾ ਉਪਦੇਸ਼ ਰੂਪੀ ਅਸਰ ਹੋ ਗਿਆ, ਬਾਣੀ ਦਾ ਅਰਥ ਹੈ ਗੁਰੂ ਦੀ ਬਾਣੀ, ਲਾਗੈ ਦਾ ਅਰਥ ਹੈ ਅਸਰ ਹੋ ਗਿਆ। ਫਿਰ ਸੁਖ ਹੋਵੇ ਸੇਵ ਕਮਾਣੀਆਂ, ਪ੍ਰਭੂ ਦੀ ਸੇਵਾ ਕਰਨ ਨਾਲ, ਸਿਮਰਨ ਕਰਨ ਨਾਲ ਉਸ ਨੂੰ ਆਤਮਿਕ ਆਨੰਦ ਆਣ ਮਿਲਦਾ ਹੈ। ਹੁਣ ਜੋ ਗੁਰੂ ਸ਼ਬਦ ਆਪਾਂ ਵਰਤਿਆ ਵੀ ਹਨੇਰੇ ਤੋਂ ਬਚਾਉਣ ਲਈ ਗੁਰੂ ਹੈ, ਹੁਣ ਇੱਥੇ ਭੁਲੇਖਾ ਵੀ ਬਹੁਤ ਹੈ ਵੀ ਗੁਰੂ ਹੈ ਕੌਣ, ਅਤੇ ਗੁਰੂ ਵੀ ਵਿਦਵਾਨ ਜਨ ਅਤੇ ਸਾਡੇ 6ਵੇਂ ਪਾਤਸ਼ਾਹ ਹਰਗੋਬਿੰਦ ਰਾਏ ਸਾਹਿਬ ਜੀ ਮਹਾਰਾਜ, ਇਹਨਾਂ ਦੇ ਬਚਨ ਨੇ ਵੀ ਗੁਰੂ 4 ਪ੍ਰਕਾਰ ਦੇ ਨੇ। ਹੁਣ ਜਿਹੜੇ 3 ਗੁਰੂ ਨੇ ਉਹਨਾਂ ਗੁਰੂਆਂ ਦਾ ਵੀ ਉਹਨਾਂ ਨੇ ਦੱਸਿਆ, ਅਤੇ ਜਿਹੜਾ ਚੌਥਾ ਗੁਰੂ ਉਹਦੇ ਬਾਰੇ ਵੀ ਦੱਸਿਆ। ਹੁਣ ਫੈਸਲਾ ਸਾਡਾ ਹੈ ਵੀ ਗੁਰੂ, ਇਸ 4 ਗੁਰੂਆਂ ਦੇ ਅੰਦਰ ਅਸੀਂ ਕਿਹੜੇ ਗੁਰੂ ਦੀ ਮੱਤ ਲੈਣੀ। ਫਿਰ ਉਹਨਾਂ ਬਚਨ ਕੀਤੇ ਵੀ ਜਿਹੜੇ 4 ਗੁਰੂ ਕਿਹੜੇ ਕਿਹੜੇ ਨੇ, ਜਿਹੜਾ ਅੰਦਰ ਚਾਨਣ ਕਰ ਸਕਦੇ ਆ, ਅਤੇ 4ਾਂ ਦੇ ਵਿੱਚ ਚਾਨਣ ਇੱਕ ਹੀ ਕਰ ਸਕਦਾ, 4 ਨਹੀਂ ਕਰ ਸਕਦੇ। ਫਿਰ ਉਹਨਾਂ ਨੇ ਬਚਨ ਕੀਤਾ, ਸਭ ਤੋਂ ਪਹਿਲਾ ਹੈ ਭਿੰਗਰੀ ਗੁਰੂ, ਦੂਜਾ ਗੁਰੂ ਹੈ ਬਾਵਨ ਚੰਦਨ ਗੁਰੂ, ਅਤੇ ਤੀਜਾ ਗੁਰੂ ਹੈ, ਇੱਥੇ 2 ਗੁਰੂ ਹੋ ਗਏ, ਭਿੰਗਰੀ ਗੁਰੂ, ਦੂਜਾ ਗੁਰੂ ਹੋ ਗਿਆ ਬਾਵਨ ਚੰਦਨ ਗੁਰੂ, ਤੀਜਾ ਗੁਰੂ ਹੈ ਪਾਰਸ ਗੁਰੂ। ਹੁਣ ਭਿੰਗਰੀ ਜੋ ਹੈ, ਭਿੰਗਰੀ ਇੱਕ ਕੀੜਾ ਹੈ ਜੀ। ਭਿੰਗਰੀ ਕੀੜਾ ਉਹ ਹੋਰ ਕੀੜਿਆਂ ਦੇ ਨਾਲ ਲੱਗ ਕੇ, ਉਹਨਾਂ ਦੇ ਮੁੱਖ ਨਾਲ ਮੁੱਖ ਲਾ ਕੇ ਕੁਝ ਇਹੋ ਜਿਹੀ ਆਵਾਜ਼ ਵਿੱਚ ਬੋਲਦਾ ਹੈ, ਤੇ ਥੋੜੇ ਸਮੇਂ ਬਾਅਦ ਹੀ ਦੂਜੇ ਕੀੜੇ ਵੀ ਉਸ ਭਿੰਗਰੀ ਕੀੜੇ ਵਾਂਗੂ ਬੋਲਣ ਲੱਗ ਪੈਂਦੇ ਆ। ਅਤੇ ਉਹ ਜਿਹੜਾ ਭਿੰਗਰੀ ਗੁਰੂ ਹੈ ਉਹ ਕੇਵਲ ਵਿਰਲੇ ਵਿਰਲੇ ਨਸਲ ਵਾਲੇ ਕੀੜਿਆਂ ਦੇ ਨਾਲ ਹੀ ਮਿਲਾਪ ਬਿਠਾ ਕੇ ਉਹਨਾਂ ਨੂੰ ਆਪਣੀ ਆਵਾਜ਼ ਸੁਣਾ ਕੇ ਆਪਣੇ ਵਰਗਾ ਬਣਾਉਂਦਾ ਹੈ, ਹਰੇਕ ਨੂੰ ਨਹੀਂ। ਫਿਰ ਆ ਵੀ ਨਹੀਂ ਹੋ ਸਕਦਾ। ਫਿਰ ਦੂਜੀ ਗੱਲ ਕਰੀ, ਕਹਿਣ ਲੱਗੇ ਦੂਜਾ ਗੁਰੂ ਹੈ ਬਾਵਨ ਚੰਦਨ ਗੁਰੂ। ਬਾਵਨ ਚੰਦਨ ਗੁਰੂ ਦਾ ਅਰਥ ਹੈ ਚੰਦਨ ਜਦੋਂ ਮਹਿਕਦਾ ਹੈ ਨਾ, ਚੰਦਨ ਦੀ ਰੁੱਤ ਹੁੰਦੀ ਆ ਵੀ ਖਾਸ ਰੁੱਤ ਦੇ ਵਿੱਚ ਚੰਦਨ ਮਹਿਕਦਾ ਹੈ। ਹਰ ਰੁੱਤ ਦੇ ਵਿੱਚ ਰੋਜ਼ ਚੰਦਨ ਨਹੀਂ ਮਹਿਕਦਾ, ਇਹਦੀ ਸੁਗੰਧ ਰੋਜ਼ ਨਹੀਂ ਆਉਂਦੀ। ਸੁਗੰਧ ਜਿਹੜੀ ਚੰਦਨ ਦੀ ਹੈ ਉਹ ਵੀ ਕਿਸੇ ਵਿਰਲੇ ਵਿਰਲੇ ਰੁੱਤ ਦੇ ਅੰਦਰ ਆਉਂਦੀ ਹੈ, ਜਿਹੜੀ ਇਹਦੀ ਖਾਸ ਰੁੱਤ ਹੁੰਦੀ ਹੈ। ਅਤੇ ਜਦੋਂ ਇਹਦੀ ਸੁਗੰਧੀ ਚਾਰੋਂ ਮੇਰ ਫੈਲਦੀ ਹੈ ਤੇ ਹਰੇਕ ਜਿਹੜੀ ਨਾਲ ਬਨਸਪਤੀ ਹੁੰਦੀ ਹੈ ਉਹਨੂੰ ਆ ਸੁਗੰਧ ਨਾਲ ਭਰਦਾ ਹੈ ਚੰਦਨ, ਅਤੇ ਆ ਬਾਂਸ ਨੂੰ ਛੱਡ ਦਿੰਦਾ ਹੈ। ਬਾਂਸ ਕਿਉਂਕਿ ਕਠੋਰ ਹੈ, ਚਾਰੋਂ ਮੇਰ ਬੰਦ ਹੈ, ਅਸੀਂ ਬਾਂਸ ਨੂੰ ਆ ਸੁਗੰਧੀ ਨਾਲ ਨਹੀਂ ਭਰਦਾ। ਤੀਜਾ ਗੁਰੂ ਕਹਿਣ ਲੱਗੇ, ਤੀਜਾ ਗੁਰੂ ਹੈ ਪਾਰਸ ਗੁਰੂ। ਹੁਣ ਪਾਰਸ ਆਪਾਂ ਸਮਝਦੇ ਹਾਂ ਵੀ ਜਿਹਦੇ ਨਾਲ ਕਈ ਧਾਤਾਂ ਲੱਗ ਕੇ ਸੋਨਾ ਬਣ ਜਾਂਦੀਆਂ ਨੇ, ਪਰ ਪਾਰਸ ਸੋਨਾ ਤਾਂ ਬਣਾ ਸਕਦਾ ਹੈ, ਪਰ ਪਾਰਸ ਆਪਣੇ ਵਰਗਾ ਪਾਰਸ ਪੈਦਾ ਨਹੀਂ ਕਰ ਸਕਦਾ। ਭਿੰਗਰੀ ਗੁਰੂ ਵਿਰਲੇ ਵਿਰਲੇ ਕੀੜਿਆਂ ਨੂੰ ਲੈ ਕੇ, ਮੇਰਾ ਯਤਨ ਸਮਝਿਓ ਕਹਿਣ ਦਾ, ਵਿਰਲੇ ਵਿਰਲਿਆਂ ਨੂੰ ਲੈ ਕੇ ਆਪਣੀ ਬੋਲੀ ਬੋਲਣ ਤਾਂ ਲਾ ਸਕਦਾ ਹੈ, ਪਰ ਆਪਣੇ ਵਰਗਾ ਨਹੀਂ ਬਣਾ ਸਕਦਾ। ਹਰੇਕ ਨੂੰ ਉਹ ਵੀ ਨਹੀਂ ਬਣਾ ਸਕਦਾ, ਕਿਉਂਕਿ ਉਹਦੇ ਅੰਦਰ ਵੀ ਉਹ ਜਾਤੀ ਪਾਤੀ ਦਾ ਕੀੜਾ ਦੌੜ ਪਿਆ। ਹਰੇਕ ਨੂੰ ਉਹ ਵੀ ਨਹੀਂ ਆਪਣੇ ਬਚਨ ਸਰਵਣ ਕਰਾ ਸਕਦਾ। ਉਹ ਵੀ ਵਿਰਲੇ ਵਿਰਲੇ ਨਸਲ ਵਾਲਿਆਂ ਕੀੜਿਆਂ ਕੋਲ ਜਾ ਕੇ ਉਹਨਾਂ ਦੇ ਮੁੱਖ ਨਾਲ ਮੁੱਖ ਜੋੜ ਕੇ ਬੋਲਦਾ ਹੈ। ਅਤੇ ਜਿਹੜਾ ਬਾਮਨ ਚੰਦਨ ਗੁਰੂ ਹੈ, ਅਤੇ ਆਹ ਕਠੋਰ ਜਿਹੜੇ ਮਨ ਨੇ ਬਾਂਸ ਵਰਗਿਆਂ ਦੇ ਨਾਲ ਇਹਦਾ ਕੋਈ ਤਾਲੁਕਾਤ ਨਹੀਂ। ਬਾਂਸ ਵਰਗਿਆਂ ਦੇ ਵਿੱਚ ਖੁਸ਼ਬੂ ਪੈਦਾ ਨਹੀਂ ਕਰ ਸਕਦਾ, ਆ ਵੀ ਨਹੀਂ ਹੋ ਸਕਦਾ।
ਫਿਰ ਜਿਹੜਾ ਪਾਰਸ ਗੁਰੂ ਹੈ, ਕਹਿਣ ਲੱਗੇ ਪਾਰਸ ਆਪਣੇ ਨਾਲ ਲਾ ਕੇ ਧਾਤਾਂ ਨੂੰ ਸੋਨਾ ਤਾਂ ਬਣਾ ਸਕਦਾ ਹੈ, ਪਰ ਆਪਣੇ ਵਰਗਾ ਪਾਰਸ ਨਹੀਂ ਬਣਾ ਸਕਦਾ। ਫਿਰ ਗੁਰਦੇਵ ਗੁਰੂ ਗ੍ਰੰਥ ਸਾਹਿਬ ਕੀ ਨੇ, ਕਿਹੜੇ ਗੁਰੂ ਅੰਦਰ, ਕਹਿਣ ਲੱਗੇ ਦੀਪਕ ਗੁਰੂ ਚੌਥਾ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ 10 ਗੁਰੂਆਂ ਦੇ ਜਿਹੜਾ ਜੋਤ ਸ਼ਬਦ ਵਰਤਿਆ ਹੈ ਨਾ, ਦੇਖਿਓ ਤੁਸੀਂ, ਜੋਤ ਨਾਲ ਹੋਰ ਕਈ ਬੁਝੀਆਂ ਹੋਈਆਂ ਜੋਤਾਂ ਜਗਾਈਆਂ ਜਾ ਸਕਦੀਆਂ ਨੇ। ਇੱਕ ਦੀਵਾ ਜਲਿਆ ਨਹੀਂ, ਬੁਝਿਆ ਹੋਇਆ ਦੀਵਾ ਉਹਨਾਂ ਚਿਰ ਸਾਡੇ ਕੋਈ ਕੰਮ ਦਾ ਨਹੀਂ ਜਿੰਨਾ ਚਿਰ ਉਹ ਜਗ ਨਾ ਜਾਏ। ਜਗਿਆ ਹੋਇਆ ਦੀਵੇ ਦੇ ਨਾਲ ਹਨੇਰਾ ਦੂਰ ਹੋ ਸਕਦਾ ਹੈ। ਜੋਤ ਸ਼ਬਦ ਗੁਰੂ ਗ੍ਰੰਥ ਸਾਹਿਬ ਲਈ ਵਰਤਦੇ ਨੇ, ਕਹਿਣ ਲੱਗੇ ਆਹ ਹੈ ਦੀਪਕ ਗੁਰੂ। ਦੀਪਕ ਗੁਰੂ ਕਿਸੇ ਬੁਝੇ ਹੋਏ ਨਾਲ ਲੱਗਦਾ ਹੈ ਕਿ ਉਹਨੂੰ ਵੀ ਆਪਣੇ ਵਰਗਾ ਹੀ ਦੀਪਕ ਬਣਾ ਦਿੰਦਾ ਹੈ, ਗੁਰੂ ਆਪਣੇ ਵਰਗਾ ਬਣਾ ਦਿੰਦਾ ਹੈ। 10 ਪਾਤਸ਼ਾਹੀਆਂ ਦੀ ਜੋਤ, ਇਸ ਜੋਤ ਦੇ ਨਾਲ ਇਸ ਦੇ ਸ਼ਬਦ ਸੁਣ ਕੇ ਕਹਿੰਦੇ ਅੰਦਰ ਵਾਲੀਆਂ ਜੋਤਾਂ ਜਗਦੀਆਂ ਨੇ। ਜਦੋਂ ਅੰਦਰ ਦੀਆਂ ਜੋਤਾਂ ਜਗਦੀਆਂ ਤੇ ਵਹਿਮ ਭਰਮ ਨਿਕਲ ਜਾਂਦੇ। ਹੁਣ ਥੋੜੀ ਜਿਹੀ ਇੱਕ ਸੰਖੇਪ ਵਿੱਚ ਮੈਂ ਬੇਨਤੀ ਅਰਜ਼ ਕਰਾਂ। ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਨੇ, ਸੁਲਤਾਨਪੁਰ ਲੋਧੀ ਵਿੱਚ ਵਿਰਾਜਮਾਨ ਨੇ। ਇਹਨਾਂ ਕੋਲੇ ਕਿਵੇਂ ਨਾ ਕਿਵੇਂ ਕਰਦਾ ਭਗੀਰਥ ਨਾਮ ਦਾ ਜਿਹੜਾ ਕਾਲਕਾ ਦਾ ਪੂਜਨ ਕਰਨ ਵਾਲਾ ਸੀ, ਕਾਲੀ ਦਾ, ਉਹ ਇਹਦੇ ਪਹੁੰਚ ਗਿਆ। ਇੱਥੇ ਪਹੁੰਚਿਆ, ਆ ਪੂਜਾ ਵਿੱਚ ਬੜਾ ਪਰਪੱਕ ਸੀ। ਜਦੋਂ ਆ ਪਹੁੰਚਿਆ, ਇਹਨੇ ਤੱਕਿਆ ਕੀ ਆ ਕੇ ਵੀ ਜਿਸ ਦੀ ਮੈਂ ਕਰਦਾ ਪੂਜਾ, ਉਹ ਤਾਂ ਇਸ ਘਰ ਵਿੱਚ ਝਾੜੂ ਫੇਰਦੀ ਹੈ, ਮਾਂਜਾ ਫੇਰਦੀ ਹੈ। ਕਹਿਣ ਲੱਗੇ, ਮੈਂ ਪੁੱਛਿਆ, ਕਹਿਣ ਲੱਗੇ ਮੈਂ ਤਾਂ ਤੇਰੀ ਕਰਦਾ ਪੂਜਾ, ਪਰ ਤੂੰ ਇੱਥੇ ਝਾੜੂ। ਉਹਨੇ ਕਿਹਾ ਅੱਜ ਤੋਂ ਬਾਅਦ ਛੱਡ ਦੇ, ਅਸਲ ਵਿੱਚ ਸੱਚੀ ਜੋਤ ਤਾਂ ਹੀ ਹੈ। ਗੁਰੂ ਨਾਨਕ ਸਾਹਿਬ ਨੇ ਜੋਤ ਨਾਲ ਸੰਕੋਚ ਕੇ ਭਗੀਰਥ ਦੇ ਅੰਦਰ ਜੋਤ ਜਗਾਈ ਸ਼ਬਦ ਦੀ। ਭਗੀਰਥ ਜਦੋਂ ਕਾਰਜ ਵਾਸਤੇ, ਦਾਜ ਲੈਣ ਵਾਸਤੇ, ਕਿਉਂਕਿ ਇਹ ਸਾਰੀ ਦੀ ਸਾਖੀ ਆਪਾਂ ਪਿੱਛੇ ਪੜ੍ਹੀ ਹੋਈ ਹੈ ਸਾਖੀ। ਭਗੀਰਥ ਜਦੋਂ ਲਾਹੌਰ ਵਿੱਚ ਗਿਆ ਸਮਾਨ ਲੈਣ ਵਾਸਤੇ ਦਾਜ ਦਾ, ਉੱਥੇ ਜਿਹੜਾ ਜਿਹਦੀ ਹੱਟੀ ਸੀ ਦੁਕਾਨ ਤੇ ਜਿਸ ਤੇ ਗਿਆ ਸੀ, ਉਹਦਾ ਨਾਮ ਸੀ ਮਨਸੁਖ। ਮਨਸੁਖ ਦੇ ਨਾਲ ਇੱਕ ਰਾਤ ਰਿਹਾ। ਇਸ ਜੋਤ ਤੋਂ ਮਨਸੁਖ ਦੀ ਜੋਤ ਜਗ ਗਈ। ਹੁਣ ਧਿਆਨ ਦੇਣਾ, ਜਿਹੜਾ ਵਿਸ਼ਾ ਹੈ, ਗੁਰੂ ਨਾਨਕ ਨੇ ਜੋਤ ਜਗਾਈ ਸੀ ਭਗੀਰਥ ਤੇ। ਭਗੀਰਥ ਜਦੋਂ ਲਾਹੌਰ ਪਹੁੰਚਿਆ, ਇਹਨੇ ਜਿਹੜਾ ਰਿਹਾ ਸੁਖ ਮਨ ਸੁਖ ਦੇ ਅੰਦਰ ਇਸ ਨੇ ਜੋਤ ਜਗਾ ਦਿੱਤੀ। ਜਦੋਂ ਮਨਸੁਖ ਸੁਲਤਾਨਪੁਰ ਆਇਆ ਸੀ, ਮਨਸੁਖ ਨੇ ਇੱਕੋ ਹੀ ਕਿਹਾ ਸੀ ਵੀ ਜੇ ਗੁਰੂ ਮੇਰਾ ਨਾਮ ਲੈ ਕੇ ਮੈਨੂੰ ਬੁਲਾ ਲਏਗਾ, ਮੈਂ ਮੰਨ ਲਵਾਂਗਾ ਗੁਰੂ ਸੱਚਾ ਹੈ। ਤੇ ਗੁਰੂ ਨਾਨਕ ਸਾਹਿਬ ਨੇ ਪਹਿਲੇ ਅੱਖਰ ਤੇ ਕਿਹਾ ਸੀ, ਕਹਿਣ ਲੱਗੇ ਮਨਸੁਖ ਨਾਮ ਦਾ ਹੀ ਮਨਸੁਖ ਹੈ, ਮਨ ਵਿੱਚ ਤਾਂ ਕੋਈ ਸੁੱਖ ਹੀ ਨਹੀਂ ਤੇਰੇ, ਅੰਦਰੋਂ ਤੱਕ ਦਾ ਭਰਮਿਆ ਫਿਰਦਾ ਹੈ। ਤੇ ਬਾਬੇ ਦੇ ਪੈਰਾਂ ਵਿੱਚ ਡਿੱਗ ਪਿਆ, ਬਾਬਾ ਨਾਮ ਤਾਂ ਹੈ ਮਨਸੁਖ, ਪਰ ਹੁਣ ਤਾਂ ਹੀ ਹੱਟੀ ਦੇ ਵਿੱਚ ਕੂੜੀ ਵੇਚਿਆ ਤੇ ਕੂੜੀ ਕਮਾਇਆ, ਦੁੱਖੀ ਵੇਚਿਆ ਤੇ ਦੁੱਖੀ ਕਮਾਇਆ, ਸੁੱਖ ਵਾਲਾ ਕੋਈ ਨਜ਼ਰ ਹੀ ਨਹੀਂ ਆਇਆ। ਉਹ ਕਹਿੰਦਾ ਨਜ਼ਰ ਆਏਗਾ ਹੀ ਤਾਂ ਜੇ ਚਾਨਣ ਹੋਏਗਾ, ਹਨੇਰਾ ਤਾਂ ਅੰਦਰ ਘੁੱਪ ਹੋਇਆ ਪਿਆ, ਘੁੱਪ ਹਨੇਰੇ 'ਚ ਕੋਈ ਵਸਤੂ ਨਹੀਂ ਲੱਭਦੀ। ਇਸ ਤੋਂ ਅਗਾਂਹ ਕਿਉਂਕਿ ਇਹਨੇ ਸਿੰਗਲਾ ਦੀਪ ਦੇ ਧਰਤੀ ਤੇ ਮਨਸੁਖ ਨੂੰ ਕਾਲ ਕੋਠਰੀ ਅੰਦਰ ਕੈਦ ਕਰ ਦਿੱਤਾ ਸੀ ਕਿਸੇ ਕਾਰਨ ਕਰਕੇ। ਉੱਥੋਂ ਦਾ ਰਾਜਾ ਜਿਹੜਾ ਸ਼ਿਵ ਨਾਵ ਸੀ, ਉਹ ਜਦੋਂ ਇਹਦੇ ਨਾਲ ਮਿਲਿਆ ਤੇ ਇਹਨੇ ਉਹਦੇ ਅੰਦਰ ਵੀ ਜੋਤ ਜਗਾ ਦੀ, ਬਚਨਾਂ ਦੀ ਜੋਤ ਜੀ ਸਾਰੀ, ਬਚਨਾਂ ਤੋਂ ਬਾਹਰ ਕੁਝ ਨਹੀਂ। ਜੋਤ ਨਾਲ ਕਹਿਣ ਲੱਗੇ ਜੋਤ ਜਗਦੀ ਰਹੀ। ਤੇ ਗੁਰੂ ਸਾਹਿਬ ਕਹਿਣ ਲੱਗੇ ਭੀਂਗਰੀ ਗੁਰੂ, ਬਾਵਨ ਚੰਦਨ ਗੁਰੂ, ਪਾਰਸ ਗੁਰੂ, ਆ ਤਿੰਨੇ ਨਹੀਂ, ਦੀਪਕ ਗੁਰੂ ਨਾਲ ਜੁੜ ਕੇ ਰਹਿ। ਜਿਵੇਂ ਅੱਜ ਜੋ ਅਵਤਾਰ ਦਿਹਾੜਾ ਹੈ, ਆਗਮਨ ਦਿਹਾੜਾ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦਾ, ਇਸੇ ਨੂੰ ਹੀ ਲੈ ਲਓ। ਹੁਣ ਦੇਖਿਓ, ਜਿੰਨਾ ਚਿਰ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇਵੀ ਕੋਲ ਜਾਂਦੇ ਨੇ, ਤੀਰਥ ਤੇ ਜਾਂਦੇ ਨੇ, ਜੋਤ ਨਹੀਂ। ਅਸਲ ਵਿੱਚ ਜਿਹੜੀ ਜੋਤ ਹੈ, ਅੰਦਰ ਦੀ ਜੋਤ ਬਚਨਾਂ ਨਾਲ ਹੀ ਚੱਲਣੀ, ਕਿਉਂਕਿ ਗਿਆਨ, ਜੋ ਵੀ ਗਿਆਨ ਹੈ, ਅੰਦਰਲੀ ਜੋਤ ਗਿਆਨ ਤੋਂ ਬਿਨਾਂ ਨਹੀਂ ਜਗ ਸਕਦੀ। ਗੁਰੂ ਅੰਗਦ ਸਾਹਿਬ ਜਦੋਂ ਆਏ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ, ਤੇ ਗੁਰੂ ਨਾਨਕ ਨੇ ਕਿਰਪਾ ਕਰਕੇ ਬਚਨਾਂ ਦੇ ਨਾਲ ਗੁਰੂ ਅੰਗਦ ਸਾਹਿਬ ਜੀ ਦੇ ਅੰਦਰ
ਭਾਈ ਲਹਿਣੇ ਜੀ ਦੇ ਅੰਦਰ ਜੋਤ ਟਿਕਾਈ ਸੀ। ਉਹ ਕੋਈ ਬਾਹਰਲੀ ਜੋਤ ਨਹੀਂ ਸੀ, ਉਹ ਅੰਦਰਲੀ ਜੋਤ ਹੈ। ਫਿਰ ਇਹਨਾਂ ਨੇ ਗੁਰੂ ਅਮਰਦਾਸ ਅੰਦਰ ਟਿਕਾਈ। ਸਮਾਂ ਆਈ ਗਿਆ 10ਵੇਂ ਪਾਤਸ਼ਾਹ ਅੰਦਰ ਜੋਤ ਟਿਕਦੀ ਰਹੀ। ਫਿਰ ਜੋਤ ਆਣ ਟਿੱਕੀ 10 ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਨਾਨਕ ਦੀ ਜੋਤ, ਤੇ ਗੁਰੂ ਨਾਨਕ ਦੀ ਜੋਤ ਗੁਰੂ ਗ੍ਰੰਥ ਸਾਹਿਬ ਅੰਦਰ। ਸਾਡੇ ਅੰਦਰ ਦੀ ਜੋਤ ਫਿਰ ਕੌਣ ਜਗਾ ਸਕਦਾ ਹੈ? ਭਾਵ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ। ਤਾਈਓ ਸ਼ਬਦ ਵਰਤਿਆ ਗਿਆ 10 ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਅੱਗੇ ਜੋ ਬਚਨ ਰਹਿ ਗਏ, ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਵਾਹਿਗੁਰੂ। ਇਸ ਦੀ ਵਿਚਾਰ ਗੁਰੂ ਸਾਹਿਬ ਕਿਰਪਾ ਕਰਕੇ ਅੰਮ੍ਰਿਤ ਵੇਲੇ ਫੇਰ ਕਰਵਾ ਲੈਣ। ਹੋਈਆਂ ਭੁੱਲਾਂ ਦੀ ਖਿਮਾ, ਗਲਤੀਆਂ ਦੀ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।